सतनाम करता पुरख निरभौ निर्वैर अकाल मूरत अजूनी सैभं गुर प्रसाद। सुख दुख दोनों सम कर जानै और मान अपमाना हरख सोग ते रह अतीता तिन जग तत पछाना। काल पाए ब्रह्मा बपतरा काल पाए शिवजू अवतरा काल पाए कर बिसन प्रकाशा सकल काल का किया तमाशा। काल का चक्कर सदा चल रहा जग उत्ते रात दिने जीव की अवध घट जामदी है रात दिन समझे न मूड़ जन खिन खिन पल पल अवध बिहामदी। कई तुर गए कई तुरन नूं तैयार होए मौत किसी जीव का लिहाज न रखामदी। रखिए प्यार तां ते एक ही अकाल नाल करके भगत देही सफल सदामदी। ਤੇ ਦਸਵੇਂ ਪਿਤਾ ਜੀ ਵੀ ਕਹਿੰਦੇ ਹਨ, ਜਲ ਕਹਾਂ ਬਲ ਕਹਾਂ ਗगन के गौन कहाँ काल के बनाए सब काल ही चवाहेंगे। वारे बूढ़े तरने भैया सब हूँ जम लै जई है रे मानस बपरा मूसा कीनो बीच बलैया खई है रे। धनवंता और निर्धन मन ही ताकि कछु न कानी रे राजा प्रजा सम कर मारै ऐसो काल बिडानी रे। जित दिहाड़ै धनवरी साहे लै लखाए मलक जे कन्नी सुनींदा मुँह दे खाले आए। जिंद नवाणी कढिए हड्डां कूकड़ काए साहे लिखे न चलनी जिंदू को समझाए। जिंद बहुटी मरण वर ਲੈ ਜਾਸੀ ਪਰਣਾਏ। ਸੋ ਇਸ ਤਰ੍ਹਾਂ ਸੁੱਖ ਦੁੱਖ ਵਿੱਚ ਸਮ ਰਹਿਣ ਦੀ ਸੱਤਵੀਂ ਯੁਕਤੀ ਹੈ ਕਿ ਜੋ ਦੁੱਖ ਸੁੱਖ ਹੈ ਉਹ ਕਾਲ ਦੇ ਅਧੀਨ ਹੈ। ਇਸ ਲਈ ਜੋ ਵੀ ਹੋ ਰਿਹਾ ਹੈ ਸਭ ਕਾਲ ਦੇ ਅਧੀਨ ਹੈ। ਬ੍ਰਹਮਾ ਆਦਿਕ ਜੋ ਇਸ ਜਗਤ ਨੂੰ ਰਚਣ ਵਾਲੇ ਹਨ ਉਹ ਅੱਜ ਕਿੱਥੇ ਹਨ? ਪਿਛਲੇ ਇੰਨੇ ਵੱਡੇ ਰਾਜਿਆਂ ਦੇ ਧਨ ਅੱਜ ਕਿੱਥੇ ਹਨ? ਕਿੰਨੀਆਂ ਸ੍ਰਿਸ਼ਟੀਆਂ ਪੈਦਾ ਹੋਈਆਂ ਤੇ ਕਿੱਥੇ ਗਈਆਂ? ਕਿੰਨੇ ਸ਼ਿਵਜੀ ਆਦਿਕ ਪੈਦਾ ਹੋਏ ਤੇ ਕਿੰਨੇ ਬ੍ਰਹਮਾ ਹੋਏ, ਅੱਜ ਉਹ ਕਿੱਥੇ ਗਏ? ਸਭ ਕਾਲ ਨੇ ਗ੍ਰਸ ਲਏ। ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਵੀ ਕਹਿੰਦੇ ਹਨ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ रामचंद्र कृष्ण के अवतार भी अनेक हैं। ब्रह्मा और विष्णु केते वेद व पुराण केते सिमरत समूहन के होए होए बताए हैं। मोंदी मदार केते असनी कुमार केते अंसा अवतार केते काल वस भये हैं। पीर पकंबर केते गने न परते एते भूम ही ते होए फिर भूम ही ते होए कै फिर भूम में मिलाए हैं। एक शिव जी होए ਉਹ ਵੀ ਚਲੇ ਗਏ, ਇੱਕ ਹੋਰ ਹੋਏ ਉਹ ਵੀ ਚਲੇ ਗਏ, ਇੱਕ ਹੋਰ ਹੋਏ ਉਹ ਵੀ ਚਲੇ ਗਏ। ਇਸ ਤਰ੍ਹਾਂ ਕਈ ਸ਼ਿਵ ਪੈਦਾ ਹੋਏ ਤੇ ਨਾਸ਼ ਹੋ ਗਏ। ਇਸ ਤਰ੍ਹਾਂ ਰਾਮਚੰਦਰ ਤੇ ਕ੍ਰਿਸ਼ਨ ਦੇ ਅਵਤਾਰ ਵੀ ਬਹੁਤ ਹੋਏ ਤੇ ਉਹ ਵੀ ਚਲੇ ਗਏ। ਬ੍ਰਹਮਾ ਕਿੰਨੇ ਹੋਏ, ਵਿਸ਼ਨੂੰ ਕਿੰਨੇ ਹੋਏ, ਕਿੰਨੇ ਵੇਦ ਪੁਰਾਣ ਬਣ ਕੇ ਨਾਸ਼ ਹੋ ਗਏ, ਕਿੰਨੀਆਂ ਸਿਮਰਤੀਆਂ ਹੋਈਆਂ। ਕੋਈ ਵੀ ਇਸ ਜਗਤ ਵਿੱਚ ਥਿਰ ਨਹੀਂ ਰਿਹਾ, ਸਭ ਕਾਲ ਨੇ ਗ੍ਰਸ ਲਏ। ਸੋ ਜਿਨ੍ਹਾਂ ਦੇ ਅੱਖ ਖੋਲ੍ਹਣ ਨਾਲ ਜਗਤ ਪੈਦਾ ਹੁੰਦਾ ਹੈ ਤੇ ਅੱਖ ਬੰਦ ਕਰਨ ਨਾਲ ਸਾਰਾ ਜਗਤ ਨਾਸ਼ ਹੋ ਜਾਂਦਾ ਹੈ, ਉਹ ਵੀ ਕਾਲ ਦੇ ਅਧੀਨ ਹਨ। ਤੇ ਸਾਡੀ ਆਮ ਮਨੁੱਖਾਂ ਦੀ ਤਾਂ ਗਿਣਤੀ ਕਿਸ ਵਿੱਚ ਹੈ? ਭਾਵ ਕਿ ਕਾਲ ਦੇ ਅਧੀਨ ਹੀ ਸਭ ਕੁਝ ਹੋ ਰਿਹਾ ਹੈ। ਇਸ ਤਰ੍ਹਾਂ ਹੀ ਇੱਕ ਨਿਰਮੋਹੀ ਰਾਜਾ ਹੋਇਆ ਹੈ ਜਿਸ ਦੀ ਕਥਾ ਸ਼ਾਸਤਰਾਂ ਵਿੱਚ ਮਸ਼ਹੂਰ ਹੈ। ਮਦਾਲਸਾ ਨਾਂ ਦੀ ਇੱਕ ਕੰਨਿਆ ਜੋ ਬਹੁਤ ਹੀ ਖੂਬਸੂਰਤ ਸੀ, ਉਸ ਤੇ ਮੋਹਿਤ ਹੋ ਕੇ ਪਤਾਲ ਕੇਤੂ ਰਾਖਸ਼ ਉਠਾ ਕੇ ਇੱਕ ਗੁਫਾ ਵਿੱਚ ਲੈ ਗਿਆ। ਪਰ ਮਦਾਲਸਾ ਨੇ ਆਪਣਾ ਸੱਤ ਕਾਇਮ ਰੱਖਿਆ। ਜਦੋਂ ਗੌਤਮ ਮੁਨੀ ਯੱਗ ਕਰਨ ਲੱਗਾ ਤਾਂ ਪਤਾਲ ਕੇਤੂ ਹੱਡੀਆਂ ਦੀ ਬਰਸਾਤ ਕਰਨ ਲੱਗਾ ਤੇ ਉਸ ਦਾ ਜੋ ਜੱਗ ਸੰਪੂਰਨ ਨਹੀਂ ਸੀ ਹੋਣ ਦਿੰਦਾ। ਤਾਂ ਗੌਤਮ ਮੁਨੀ ਨੇ ਰਾਜਾ ਸ਼ਤਰੂਜਿਤ ਕੋਲ ਆ ਕੇ ਮਦਦ ਮੰਗੀ ਤਾਂ ਰਾਜੇ ਨੇ ਆਪਣੇ ਪੁੱਤਰ ਰਿਤੂਧੁਜ ਨੂੰ ਗੌਤਮ ਮੁਨੀ ਦੇ ਨਾਲ ਭੇਜ ਦਿੱਤਾ। ਰਿਤੂਧੁਜ ਪਤਾਲ ਕੇਤੂ ਰਾਖਸ਼ ਨਾਲ ਯੁੱਧ ਕਰਨ ਦੇ ਲਈ ਗੁਫਾ ਚਲਿਆ ਗਿਆ ਤੇ ਯੁੱਧ ਹੋਇਆ ਤੇ ਪਤਾਲ ਕੇਤੂ ਰਾਖਸ਼ ਮਾਰਿਆ ਗਿਆ। ਤੇ ਉੱਥੇ ਹੀ ਮਦਾਲਸਾ ਸੀ
ਤੇ ਉਹ ਮਨ ਹੀ ਮਨ ਰਿਤੂ ਧੁਜ ਨੂੰ ਚਾਹੁੰਦੀ ਵੀ ਸੀ। ਗੱਲ ਕੀ, ਦੋਹਾਂ ਦਾ ਵਿਆਹ ਹੋ ਗਿਆ ਤੇ ਵਿਆਹ ਕੇ ਮਦਾਲਸਾ ਨੂੰ ਰਿਤੂ ਧੁਜ ਘਰ ਲੈ ਆਇਆ। ਤੇ ਮਦਾਲਸਾ ਨੇ ਰਾਜੇ ਰਿਤੂ ਧੁਜ ਨੂੰ ਕਿਹਾ ਕਿ ਸੰਤਾਨ ਜੋ ਹੋਵੇਗੀ ਉਹ ਮੇਰੇ ਅਧੀਨ ਰਹੇਗੀ, ਕਿਉਂਕਿ ਮੈਂ ਪ੍ਰਤੱਗਿਆ ਕਰ ਚੁੱਕੀ ਹਾਂ ਕਿ ਮੈਂ ਆਪਣੀ ਸੰਤਾਨ ਜੋ ਵੀ ਹੋਵੇ ਉਸ ਨੂੰ ਬ੍ਰਹਮ ਗਿਆਨੀ ਬਣਾਵਾਂਗੀ, ਜਿਸ ਨਾਲ ਸਾਡੀਆਂ ਕੁੱਲਾਂ ਦਾ ਵੀ ਆਧਾਰ ਹੋ ਜਾਵੇਗਾ। ਤੇ ਰਾਜਾ ਨੇ ਉਸ ਦਾ ਬਚਨ ਮੰਨ ਲਿਆ ਤੇ ਉਹਨਾਂ ਦੇ 6 ਪੁੱਤਰ ਪੈਦਾ ਹੋਏ। ਤੇ ਮਦਾਲਸਾ ਨੇ 6 ਨੂੰ ਹੀ ਲੋਰੀ ਦੇ ਕੇ ਨਾਮ ਜਪਣ ਲਈ ਜੰਗਲ ਵਿੱਚ ਭੇਜ ਦਿੱਤਾ। ਹੁਣ 7ਵਾਂ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਅਲਰਕ ਰੱਖਿਆ ਗਿਆ। ਰਾਜੇ ਨੇ ਰਾਣੀ ਨੂੰ ਕਿਹਾ ਕਿ ਇਸ ਨੂੰ ਰਾਜ ਸੰਭਾਲਣ ਲਈ ਘਰ ਦੇ ਵਿੱਚ ਹੀ ਰਹਿਣ ਦੇ। ਤੇ ਮਦਾਲਸਾ ਬਚਪਨ ਵਿੱਚ ਉਸ ਨੂੰ ਲੋਰੀ ਦਿੰਦੀ ਰਹੀ ਤੇ ਬਾਅਦ ਵਿੱਚ ਲੋਰੀ ਲਿਖ ਸੋਨੇ 'ਚ ਮੜਾ ਕੇ ਉਸ ਦੇ ਗਲ 'ਚ ਪਾ ਦਿੱਤੀ। ਤੇ ਲੋਰੀ ਵਿੱਚ ਲਿਖਿਆ ਹੋਇਆ ਸੀ, ਸੁੱਧੋ ਸੀ, ਬੁੱਧੋ ਸੀ, ਨਿਰੰਜਨੋ ਸੀ, ਸੰਸਾਰ ਮਾਇਆ परिवर्तन जोशी, संसार स्वप्ना तजह मोह निंद्रा मदालसा वाकई अवाज पुत्रंग। कि तू शुद्ध स्वरूप है, ज्ञान स्वरूप है, माया तो रहत है, संसार माया मोह तो रहत है, संसार सुपने की तरह झूठा है, मोह रूपी निंद्रा नूं छड़ दे। इस प्रकार दे वाक मदालसा अपने पुत्र नूं कहंदी पई। ਉਸ ਦਾ 7ਵਾਂ ਪੁੱਤਰ ਇਹਨਾਂ 6 ਭਾਈਆਂ ਦੇ ਉਪਦੇਸ਼ ਦੇ ਨਾਲ ਗਿਆਨਵਾਨ ਹੋ ਗਿਆ ਤੇ ਨਿਰਮੋਹੀ ਰਾਜਾ ਕਹਿਲਾਣ ਲੱਗਾ ਤੇ ਆਪਣੇ ਸਾਰੇ ਪਰਿਵਾਰ ਨੂੰ ਉਪਦੇਸ਼ ਦੇ ਕੇ ਨਿਰਮੋਹ ਕਰ ਦਿੱਤਾ। ਇੱਕ ਦਿਨ ਉਸ ਅਲਰਕ ਰਾਜਾ ਦਾ ਲੜਕਾ ਸ਼ਿਕਾਰ ਖੇਡਦਾ ਖੇਡਦਾ ਇੱਕ ਤਪਸਵੀ ਦੇ ਅਸਥਾਨ ਤੇ ਪਾਣੀ ਪੀਣ ਨੂੰ ਗਿਆ। ਤਪਸਵੀ ਨੇ ਪੁੱਛਿਆ ਕਿ ਤੂੰ ਕਿਸ ਦਾ ਪੁੱਤਰ ਹੈ? ਤਾਂ ਉਸਨੇ ਕਿਹਾ ਕਿ ਮੈਂ ਨਿਰਮੋਹੀ ਰਾਜਾ ਦਾ ਪੁੱਤਰ ਹਾਂ। ਰਿਸ਼ੀ ਨੇ ਕਿਹਾ, ਨਾਲੇ ਰਾਜਾ ਤੇ ਨਾਲੇ ਨਿਰਮੋਹੀ? ਇਹ ਗੱਲ ਨਹੀਂ ਹੋ ਸਕਦੀ। ਰਾਜਕੁਮਾਰ ਨੇ ਕਿਹਾ, ਤੁਸੀਂ ਪ੍ਰੀਖਿਆ ਕਰ ਲਓ। ਰਿਸ਼ੀ ਨੇ ਕਿਹਾ, ਅੱਛਾ, ਮੇਰੇ ਆਉਣ ਤੱਕ ਤੂੰ ਇੱਥੇ ਹੀ ਰਹਿਣਾ, ਮੈਂ ਤੇਰੇ ਸਾਰੇ ਸੰਬੰਧੀਆਂ ਦੀ ਪ੍ਰੀਖਿਆ ਕਰਕੇ ਆਣਾ। ਇਸ ਤਰ੍ਹਾਂ ਕਹਿ ਕੇ ਰਿਸ਼ੀ ਰਾਜ ਮਹਿਲਾਂ ਦੇ ਵਿੱਚ ਆਇਆ ਤਾਂ ਪਹਿਲਾਂ ਰਾਜਕੁਮਾਰ ਦੀ ਦਾਸੀ ਉਹਨੂੰ ਮਿਲੀ, ਜਾਣੀ ਚੇਰੀ ਮਿਲੀ। ਤਾਂ ਤਪਸਵੀ ਚੇਰੀ ਨੂੰ ਕਹਿਣ ਲੱਗਾ, ਤੂੰ ਸੁਣ ਚੇਰੀ ਸ਼ਾਮ ਕੀ ਬਾਤ ਸੁਣਾਊਂ ਤੋਹੇ, ਕੰਵਰ ਵਿਨਾਸਿਓ ਸਿੰਘ ਨੇ ਆਸਨ ਭਰਿਆ ਮੋਹੇ। ਤਾਂ ਚੇਰੀ ਨੇ ਉੱਤਰ ਦਿੱਤਾ, ਨਾ ਮੈਂ ਚੇਰੀ ਸ਼ਾਮ ਕੀ, ਨਾ ਮੇਰੋ ਕੋ ਸ਼ਾਮ, ਪਰਾ ਰਬਦ ਬਸ ਮੇਲ ਜਹ, ਸੁਨੋ ਰਿਸ਼ੀ ਅਵਿਰਾਮ। ਤਬ ਰਿਸ਼ੀ ਨੇ ਦੇਖਿਆ ਕਿ ਦਾਸੀ ਨੂੰ ਤਾਂ ਕੋਈ ਮੋਹ ਨਹੀਂ ਹੋਇਆ। ਤਬ ਰਾਜਕੁਮਾਰ ਦੀ ਇਸਤਰੀ ਦੇ ਕੋਲ ਆਇਆ ਤੇ ਕਹਿਣ ਲੱਗਿਆ, ਤੂੰ ਸੁਣ ਚਾਤਰ ਸੁੰਦਰੀ, ਅਵਲਾ ਜੋਬਨਵਾਨ, ਦੇਵੀ ਦਾਹਨ ਦਲ ਮਲਿਓ, ਤੁਮਰੋ ਸ੍ਰੀ ਭਗਵਾਨ। ਤਾਂ ਰਾਜਕੁਮਾਰ ਦੀ ਇਸਤਰੀ ਉੱਤਰ ਦੇ ਵਿੱਚ ਕਹਿਣ ਲੱਗੀ, ਤਪਿਆ ਪੂਰਵ ਜਨਮ ਕੀ, ਕਿਆ ਜਾਣਤ ਹੈ ਲੋਗ, ਮਿਲੇ ਕਰਮ ਵਸ਼ ਆਨ ਹਮ, ਅਵਿਦ ਕੀਨ ਵਿਜੋਗ। ਰਿਸ਼ੀ ਨੇ ਦੇਖਿਆ ਕਿ ਇਸ ਨੂੰ ਵੀ ਮੋਹ ਨਹੀਂ ਹੋਇਆ। ਚਲੋ ਰਾਜਕੁਮਾਰ ਦੀ ਮਾਤਾ ਦੇ ਪਾਸ ਚੱਲਦੇ ਹਾਂ। ਤਾਂ ਰਿਸ਼ੀ ਨੇ ਆ ਕੇ ਕਿਹਾ, ਰਾਣੀ ਤੁਮਕੋ ਬਿਪਤ ਅਤ, ਸੁਤ ਖਾਇਓ ਮ੍ਰਿਗਰਾਜ, ਹਮਨੇ ਭੋਜਨ ਨਾ ਕੀਓ, ਇਸ ਮ੍ਰਿਤਕ ਕੇ ਕਾਜ। ਤਾਂ ਉਹਦੀ ਮਾਂ ਨੇ ਉੱਤਰ ਦਿੱਤਾ, ਏਕ ਬਿਰਖ ਡਾਲੇ ਕਨੇ, ਪੰਖੀ ਬੈਠੇ ਆਏ, ਪਹੁ ਫੁੱਟੀ ਪੀਰੀ ਪਈ, ਉੜ ਉੜ ਚੌਂਦਿਸ ਜਾਏ। ਤਾਂ ਰਿਸ਼ੀ ਨੇ ਦੇਖਿਆ ਕਿ ਰਾਜਾ ਕੋ ਮੋਹ ਹੋਊਗਾ, ਕਿਉਂਕਿ ਰਾਜੇ ਦਾ ਇੱਕ ਹੀ ਪੁੱਤਰ ਹੈ। ਤਾਂ ਰਿਸ਼ੀ ਨੇ ਰਾਜੇ ਦੇ ਕੋਲ ਆ ਕੇ ਕਿਹਾ, ਰਾਜਾ ਮੁਖ ਤੇ ਰਾਮ ਕਹੋ, ਪਲ ਪਲ ਘੜੀ ਘੜੀ, ਸੁਤ ਖਾਇਓ ਮ੍ਰਿਗ ਰਾਜ ਨੇ,
मेरे पास मड़ी। तो फिर राजे ने जवाब दिता, तपिया तप क्यों छोड़ियो, यहाँ तनक नहीं सोग, बासा जगत सराय का सभी मुसाफिर लोग। तो ऋषि सारे संबंधियों ਨੂੰ ਨਿਰਮੋਹ ਦੇਖ ਕੇ ਬੜਾ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਇਹਨਾਂ ਤੇ ਪਰਮੇਸ਼ਵਰ ਦੀ ਕਿਰਪਾ ਹੈ। ਤਾਂ ऋषि ने एक दोहा उचारिया, क्या राजा क्या रंक है, कौन तपी संन्यास, जहाँ पर प्रभु कृपा करे ताके हृदय प्रगास। इस तरह तपस्वी प्रसन्न हो के राजा ਨੂੰ ਆਸ਼ੀਰਵਾਦ ਦੇ ਕੇ ਚਲਿਆ ਗਿਆ ਤੇ ਆਪਣੀ ਕੁਟੀਆ ਵਿੱਚ ਆਇਆ ਤੇ ਰਾਜਕੁਮਾਰ ਨੂੰ ਕਿਹਾ ਕਿ ਤੇਰੇ ਸ਼ਿਕਾਰ ਆਉਣ ਤੋਂ ਬਾਅਦ ਪਿੱਛੋਂ ਸ਼ਤਰੂ ਰਾਜੇ ਨੇ ਆ ਕੇ ਤੇਰੇ ਪਿਤਾ ਨੂੰ ਯੁੱਧ ਵਿੱਚ ਹਰਾ ਦਿੱਤਾ ਹੈ। ਸੋ ਨਿਰਪਨ ਨੰਦਨ ਬਾਤ ਮਮ महाशोक की खान, निकसे पाशा युद्ध में पई तब कुल की हान। तो राजकुमार ने उत्तर दिता, एक दिन लोक कुटुंब ते आखर विशरन होए, ताते हम पहले तजे संग न करहूं कोय। दोहरा, चलते मार्ग एक में मिले बटाऊ साथ, भावे अब ही विशरे भावे कोस 50। क्या गहिए क्या छोड़िए थोड़े जीवन काज, छोड़ छोड़ सब जात है धन कर बंधु राज। सो इस तरह ਅਲਰਕ ਰਾਜਾ ਕੁਟੁੰਬ ਸਹਿਤ ਕਾਲ ਅਧੀਨ ਸਭ ਪਦਾਰਥਾਂ ਨੂੰ ਜਾਣ ਕੇ ਦੁੱਖ ਸੁੱਖ ਦੇ ਵਿੱਚ ਸਮ ਰਿਹਾ। ਸੁੱਖ ਦੁੱਖ ਕਾਲ ਦੇ ਅਧੀਨ ਹੈ। ਇਹ ਬਾਤ ਸ਼੍ਰੀ ਰਾਮਚੰਦਰ ਜੀ ਲక్ష్మణ ਜੀ ਨੂੰ ਵੀ ਕਹਿੰਦੇ ਹਨ ਕਿ ਹੇ ਲక్ష్మణ, ਤੂੰ ਕਾਲ ਦੀ ਅਨੁਕੂਲਤਾ ਤੇ ਪ੍ਰਤੀਕੂਲਤਾ ਸਮਝ, ਭਲਾ ਤੇ ਬੁਰਾ ਸਮਝ। ਜਦੋਂ ਬੁਰਾ ਕਾਲ ਆਇਆ ਤਾਂ ਮਾਤਾ ਪਿਤਾ ਨੇ ਜੰਗਲ ਦੇ ਵਿੱਚ ਭੇਜ ਦਿੱਤਾ ਤੇ ਜਦੋਂ ਅਨੁਕੂਲ ਯਾਨੀ ਚੰਗਾ ਸਮਾਂ ਆਇਆ ਤਾਂ ਪੱਥਰ ਵੀ ਸਮੁੰਦਰ ਤੇ ਤਰਨ ਲੱਗ ਪਏ। ਇਸ ਲਈ ਸਭ ਕਾਲ ਦੇ ਹੀ ਅਧੀਨ ਹੈ। ਇਹ ਸਮਝ ਕੇ ਹਰ ਸੋਗ ਨਹੀਂ ਕਰਨਾ ਚਾਹੀਦਾ, ਸਦਾ ਇੱਕ ਰਸ ਰਹਿਣਾ ਚਾਹੀਦਾ ਹੈ। ਭਗਵਾਨ ਵੇਦ ਵਿਆਸ ਜੀ ਦੀ ਉਮਰ ਇੱਕ ਕਲਪ ਹੈ, ਜਾਣੀ ਚਾਰੇ ਯੁੱਗ 1000 ਵਾਰੀ ਬੀਤ ਜਾਣ ਇੰਨੀ ਉਮਰ ਹੈ। ਉਹਨਾਂ ਨੂੰ ਇੱਕ ਬ੍ਰਹਮਚਾਰੀ ਸੇਵਕ ਮਿਲਿਆ ਜੋ ਇਸ਼ਾਰੇ ਮਾਤਰ ਹੀ ਸਾਰੀ ਸੇਵਾ ਪਿਆਰ ਦੇ ਨਾਲ ਕਰਨ ਲੱਗ ਪਿਆ। ਵਿਆਸ ਜੀ ਉਸ ਉੱਤੇ ਬਹੁਤ ਪ੍ਰਸੰਨ ਸਨ। ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਦਾ ਸੇਵਕ ਮਿਲਣਾ ਕਠਿਨ ਹੈ। ਮੈਂ ਬ੍ਰਹਮਾ ਜੀ ਕੋਲੋਂ ਜਾ ਕੇ ਇਸ ਦੀ ਉਮਰ ਇੱਕ ਕਲਪ ਹੋ ਜਾਵੇ ਬੇਨਤੀ ਕਰਦਾ ਹਾਂ। ਤਾਂ ਉਹ ਬ੍ਰਹਮਚਾਰੀ ਨੂੰ ਨਾਲ ਲੈ ਕੇ ਬ੍ਰਹਮਾ ਜੀ ਕੋਲ ਗਏ ਤੇ ਸਾਰੀ ਵਾਰਤਾ ਸੁਣਾਈ ਤੇ ਕਿਹਾ ਕਿ ਇਸ ਦੀ ਉਮਰ ਮੇਰੀ ਉਮਰ ਦੇ ਬਰਾਬਰ ਕਰ ਦਿਓ। ਤੇ ਹੁਣ ਬ੍ਰਹਮਾ ਜੀ ਨੇ ਸੋਚਿਆ ਜੇ ਮੈਂ ਜਵਾਬ ਦਿੱਤਾ ਤਾਂ ਰਿਸ਼ੀ ਕ੍ਰੋਧਿਤ ਹੋ ਸਕਦਾ ਹੈ, ਕਿਸੇ ਯੁਕਤੀ ਦੇ ਨਾਲ ਇਸ ਨੂੰ ਹਟਾਇਆ ਜਾਵੇ। ਤਾਂ ਬ੍ਰਹਮਾ ਜੀ ਨੇ ਕਿਹਾ ਕਿ ਸ਼ਿਵ ਜੀ ਹੀ ਸਭ ਨੂੰ ਮਾਰਦੇ ਹਨ, ਚਲੋ ਉਹਨਾਂ ਦੇ ਕੋਲ ਚੱਲਦੇ ਹਾਂ, ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ। ਹੁਣ ਸਾਰੇ ਸ਼ਿਵ ਜੀ ਕੋਲ ਆ ਗਏ। ਸ਼ਿਵ ਜੀ ਨੇ ਆਦਰ ਸਹਿਤ ਸਭ ਨੂੰ ਬਿਠਾਇਆ ਤੇ ਆਉਣ ਦਾ ਕਾਰਨ ਪੁੱਛਿਆ ਤੇ ਉਹਨਾਂ ਕਿਹਾ ਕਿ ਇਸ ਬੱਚੇ ਨੂੰ ਨਹੀਂ ਮਾਰਨਾ। ਤਾਂ ਸ਼ਿਵ ਜੀ ਨੇ ਕਿਹਾ, ਮੈਂ ਕੁਝ ਨਹੀਂ ਕਰ ਸਕਦਾ, ਕਿਉਂਕਿ ਜੇ ਮੈਂ ਨਾ ਵੀ ਮਾਰਾਂ ਤਾਂ ਵੀ ਆਦਮੀ ਭੁੱਖ ਨਾਲ ਮਰ ਹੀ ਜਾਂਦਾ ਹੈ। ਸੋ ਰੋਜੀ ਪਹੁੰਚਾਉਣ ਵਾਲੇ ਵਿਸ਼ਨੂੰ ਭਗਵਾਨ ਜੀ ਹਨ, ਚਲੋ ਉਹਨਾਂ ਦੇ ਕੋਲ ਚੱਲਦੇ ਹਾਂ, ਮੈਂ ਵੀ ਚੱਲਦਾ। ਵਿਸ਼ਨੂੰ ਭਗਵਾਨ ਕੋਲ ਸਾਰੇ ਆ ਗਏ ਤੇ ਵਿਸ਼ਨੂੰ ਜੀ ਨੇ ਉਹਨਾਂ ਦਾ ਸਾਰਿਆਂ ਦਾ ਸਵਾਗਤ ਕੀਤਾ ਤੇ ਉੱਚਤਾ ਆਸਣ ਤੇ ਬਿਠਾਇਆ ਤੇ ਪੁੱਛਿਆ ਕਿ ਕਿਸ ਤਰ੍ਹਾਂ ਆਏ ਹੋ। ਤਾਂ ਵਿਆਸ ਜੀ ਨੇ ਕਿਹਾ ਕਿ ਬ੍ਰਹਮਚਾਰੀ ਦੀ ਉਮਰ ਇੱਕ ਕਲਪ ਕਰ ਦਿਓ। ਤਾਂ ਵਿਸ਼ਨੂੰ ਜੀ ਨੇ ਵੀ ਯੁਕਤੀ ਵਰਤੀ ਤੇ ਕਿਹਾ ਕਿ ਚਲੋ ਧਰਮਰਾਜ ਕੋਲ ਚੱਲਦੇ ਹਾਂ। ਵਿਸ਼ਨੂੰ ਸਮੇਤ ਉਹ ਸਾਰੇ ਧਰਮਰਾਜ ਕੋਲ ਪਹੁੰਚ ਗਏ ਤੇ ਬ੍ਰਹਮਚਾਰੀ ਨੂੰ ਜੰਗਲ ਆਇਆ ਤੇ ਉਹ ਜੰਗਲ ਕਰਨ ਚਲਿਆ ਗਿਆ।
ਤੇ ਸਾਰੇ ਦੇਵਤੇ ਧਰਮਰਾਜ ਕੋਲ ਬੈਠ ਗਏ ਤੇ ਸਾਰੀ ਵਾਰਤਾ ਦੱਸੀ ਕਿ ਬ੍ਰਹਮਚਾਰੀ ਦੀ ਉਮਰ ਬਹੁਤ ਥੋੜੀ ਹੈ, ਇਸ ਦੀ ਉਮਰ ਇੱਕ ਕਲਪ ਹੋ ਜਾਵੇ। ਤਾਂ ਧਰਮਰਾਜ ਨੇ ਕਿਹਾ ਕਿ ਲਿਆਓ ਉਸ ਨੂੰ ਲੈਣ ਗਏ ਤਾਂ ਉਹ ਮਰਿਆ ਪਿਆ। ਤਾਂ ਧਰਮਰਾਜ ਨੇ ਕਿਹਾ ਕਿ ਇਸ ਨੇ ਮਰਨਾ ਹੀ ਇੱਥੇ ਸੀ, ਤੁਸੀਂ ਸਾਰੇ ਕਾਲ ਦੇ ਪ੍ਰੇਰੇ ਹੋਏ ਇੱਥੇ ਆਏ ਤੇ ਇਹ ਮਰ ਗਿਆ। ਜੇ ਤੁਸੀਂ ਇਸ ਨੂੰ ਇੱਥੇ ਨਾ ਲਿਆਉਂਦੇ ਤਾਂ ਇਸ ਨੇ ਮਰਨਾ ਹੀ ਨਹੀਂ ਸੀ। ਤਾਂ ਵਿਆਸ ਜੀ ਬੜੇ ਦੁਖੀ ਹੋਏ ਤੇ ਸਾਰਿਆਂ ਨੇ ਸਮਝਾਇਆ ਕਿ ਦੁੱਖ ਸੁੱਖ ਕਾਲ ਦੇ ਅਧੀਨ ਹੈ, ਤਾਂ ਤੇ ਹਰਖ ਸੋਗ ਨਹੀਂ ਕਰਨਾ ਚਾਹੀਦਾ। ਦੁਨੀਆ ਵਿੱਚ ਜੋ ਕੁਝ ਵੀ ਵਿਵਹਾਰ ਹੋ ਰਿਹਾ ਹੈ ਸੋ ਸਭ ਕਾਲ ਦੇ ਹੀ ਅਧੀਨ ਹੋ ਰਿਹਾ ਹੈ। ਕਾਲ ਕਾ ਚੱਕਰ ਸਦਾ ਚੱਲ ਰਿਹਾ ਜਗ ਉੱਤੇ, ਰਾਤ ਦਿਨੇ ਜੀਵ ਕੀ ਅਬਦ ਘਟ ਜਾਮਦੀ ਹੈ ਰਾਤ ਦਿਨ ਸਮਝੇ ਨਾ ਮੂੜ ਜਨ, ਖਿਨ ਖਿਨ ਪਲ ਪਲ ਅਬਦ ਵਿਹਾਮਦੀ। ਕਈ ਤੁਰ ਗਏ ਕਈ ਤੁਰਨ ਨੂੰ ਤਿਆਰ ਹੋਏ, ਮੌਤ ਕਿਸੇ ਵੀ ਜੀਵ ਦਾ ਲਿਹਾਜ਼ ਨਾ ਰਖਾਵਦੀ। ਰੱਖੀਏ ਪਿਆਰ ਤਾਂ ਤੇ ਇੱਕ ਹੀ ਅਕਾਲ ਨਾਲ, ਕਰਕੇ ਭਗਤ ਦੇਹੀ ਸਫਲ ਸਦਾਮਦੀ। ਤੇ ਦਸਵੇਂ ਮਹਾਰਾਜ ਵੀ ਕਿਹਾ ਹੈ, ਜਲ ਕਹਾਂ ਬਲ ਕਹਾਂ ਗगन के गौन कहाँ, काल के बनाए सब काल ही चबाएंगे। ਤੇ ਕਬੀਰ ਸਾਹਿਬ ਵੀ ਕਹਿੰਦੇ ਹਨ, ਬਾਰੇ ਬੂਢੇ ਤਰਨੇ ਭਈਆ ਸਭ ਹੁਣ ਜਮ ਲੈ ਗਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ बीच ਬਲਈਆ ਖਈ ਹੈ ਰੇ, ਤਨਵੰਤਾ ਔਰ ਨਿਰਧਨ ਮਨਈ ਤਾਂ ਕੀ ਕਛੂ ਨ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ। ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਮਾਇਆ ਰੰਗ ਕਸੁੰਭ ਖਿਨ ਮੈਂ ਲਹਿ ਜਾਵਣਾ, ਚਲਦਿਆਂ ਲਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ, ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਉਹ ਵੇਲਾ ਹੱਥ ਨਾ ਆਵੈ ਫਿਰ ਪਛਤਾਵਣਾ। ਜਿਸ ਤਰ੍ਹਾਂ ਸ਼ੇਖ ਚਿੱਲੀ ਦੀ ਕਥਾ ਆਉਂਦੀ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਜੋ ਚਿੰਤਾ ਕਰਦਾ ਹੈ ਉਹ ਸ਼ੇਖ ਚਿੱਲੀ ਦੀ ਤਰ੍ਹਾਂ ਦੁਖੀ ਹੀ ਰਹਿੰਦਾ ਹੈ। ਇੱਕ ਦਿਨ ਸ਼ੇਖ ਚਿੱਲੀ ਭਿਕਸ਼ਾ ਮੰਗ ਕੇ ਲਿਆਇਆ ਤਾਂ ਉਸ ਨੂੰ ਸੱਤੂ ਮਿਲੇ। ਉਸਨੇ ਸੱਤੂ ਘੜੇ ਵਿੱਚ ਪਾ ਕੇ ਘੜਾ ਉੱਪਰ ਖੁੰਡੀ ਤੇ ਟੰਗ ਦਿੱਤਾ, ਆਪ ਥੱਲੇ ਮੰਜੇ ਤੇ ਲੇਟ ਗਿਆ ਤੇ ਸੋਚਣ ਲੱਗਾ ਕਿ ਦੁਰਭਿੱਖ ਵੇਲੇ ਇਹ ਸੱਤੂਆਂ ਦਾ ਘੜਾ ਬਹੁਤ ਮਹਿੰਗਾ ਵਿਕੇਗਾ, ਮੈਂ ਇਸ ਨੂੰ 100 ਰੁਪਏ ਦੇ ਵਿੱਚ ਵੇਚਾਂਗਾ। ਉਸ 100 ਰੁਪਏ ਦੇ ਨਾਲ ਮੈਂ ਪਸ਼ੂਆਂ ਦਾ ਵਿਵਹਾਰ ਕਰਾਂਗਾ ਤੇ ਬਹੁਤ ਧਨ ਕਮਾਵਾਂਗਾ, ਫਿਰ ਹੋਰ ਧਨ ਕਮਾਵਾਂਗਾ, ਫਿਰ ਮੈਂ ਇੱਕ ਮਕਾਨ ਬਣਾਵਾਂਗਾ ਤੇ ਫਿਰ ਮੈਂ ਸੁੰਦਰ ਕੰਦਿਆਂ ਦੇ ਨਾਲ ਸ਼ਾਦੀ ਕਰੂੰਗਾ, ਤਾਂ ਮੇਰੇ ਘਰ ਵਿੱਚ ਫਿਰ ਪੁੱਤਰ ਪੈਦਾ ਹੋ ਜਾਵੇਗਾ, ਉਸ ਦਾ ਨਾਮ ਮੈਂ ਸੋਮ ਸ਼ਰਮਾ ਰੱਖੂੰਗਾ। ਫਿਰ ਪੁੱਤਰ ਨੂੰ ਆਪਣੀ ਗੋਦੀ ਵਿੱਚ ਲੈ ਕੇ ਆਪਣੀ ਇਸਤਰੀ ਨੂੰ ਹਾਕ ਮਾਰ ਕੇ ਬੁਲਾਊਂਗਾ। ਜੇ ਉਹ ਮੇਰੇ ਕੋਲ ਨਾ ਆਈ ਤਾਂ ਕ੍ਰੋਧ ਚ ਆ ਕੇ ਇਸ ਤਰ੍ਹਾਂ ਲੱਤ ਮਾਰੂੰਗਾ। ਤੇ ਜੋ ਉਹਨਾਂ ਲੱਤ ਉੱਪਰ ਨੂੰ ਮਾਰੀ ਤਾਂ ਉਹ ਘੜੇ ਵਿੱਚ ਜਾ ਲੱਗੀ ਤੇ ਸਾਰੇ ਸੱਤੂ ਮਿੱਟੀ 'ਚ ਮਿਲ ਗਏ। ਤਾਂ ਸ਼ੇਖ ਚਿੱਲੀ ਰੋਣ ਲੱਗਾ ਕਿ ਮੇਰਾ ਸਾਰਾ ਟੱਬਰ ਨਸ਼ਟ ਹੋ ਗਿਆ। ਇਸ ਤਰ੍ਹਾਂ ਜੋ ਚਿੰਤਾ ਕਰਕੇ ਦੁਖੀ ਹੁੰਦਾ ਹੈ ਉਹ ਮੂਰਖ ਹੈ। ਜਿਸ ਤਰ੍ਹਾਂ ਭੂਤ ਤੇ ਭਵਿੱਖ ਦੀ ਚਿੰਤਾ ਕਰਨੀ ਮੂਰਖਤਾ ਹੈ, ਇਸੀ ਤਰ੍ਹਾਂ ਵਰਤਮਾਨ ਦੀ ਚਿੰਤਾ ਵੀ ਮੂਰਖ ਹੀ ਕਰਦੇ ਹਨ। ਇਸ ਲਈ ਜੋ ਵੀ ਹੋ ਰਿਹਾ ਹੈ, ਜਾਣੀ ਸੁੱਖ ਦੁੱਖ ਮਿਲ ਰਿਹਾ ਹੈ, ਇਹ ਕਾਲ ਦੇ ਅਧੀਨ ਹੈ, ਇਸ ਲਈ ਹਰਖ ਸੋਗ ਨਹੀਂ ਕਰਨਾ ਚਾਹੀਦਾ। दुनिया में अपना जीव कोई बहलाए के मर गया, दिल तंगियों में कोई उत्काए करके मर गया, अकल भी अपने आप को समझाए के मर गया, बेअकल छाती पीट के गम खाए के मर गया, सुख पाए के मर गया कोई दुख पाए के मर गया, जीता रहा न कोई हर एक इत्थे आके मर गया। ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ, ਇੱਕ ਨਹੀਂ ਲੱਦਿਆ ਇੱਕ ਲੱਦ ਚੱਲੇ ਇੱਕ ਨਾ ਬੱਧੇ ਭਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ, ਲਸਕਰ ਸਣੇ ਦਮਾਮਿਆਂ ਛੁੱਟੇ ਬੰਕ ਦੁਆਰ।
ਜਿਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਜੈਸੇ ਘਰ ਲਾਗੀ ਆਗ, ਜਾਗ ਕੂਆ ਖੋਦਿਓ, ਚਾਹੇ ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਏ। ਜੈਸੇ ਕਉ ਸੰਗਰਾਮ ਸਮੇਂ ਸੀਖਿਓ, ਚਾਹੇ ਵੀਰ ਵਿਦਿਆ, ਅੰਥਾ उद्यम जैत पदवी न पाइए। जैसे निस्सोवत संगाती, चल जात पाछे भोर पए, भार बंध चले कत जाइए। तैसे माया तंद अबद बिहाए, जाए अंत काल जैसे हर नाम लिव ਲਿਵ ਲਾਈਏ। ਇਹਨਾਂ ਪੰਕਤੀਆਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਜੋ ਕੁਛ ਵੀ ਹੈ ਉਹ ਕਾਲ ਦੇ ਅਧੀਨ ਹੈ। ਇਸ ਦੀ ਸਮਝ ਤਾਂ ਹੀ ਲੱਗਣੀ ਹੈ ਜੇ ਪਰਮੇਸ਼ਰ ਨੂੰ ਯਾਦ ਕਰ ਕਰਕੇ ਹਿਰਦਾ ਸ਼ੁੱਧ ਕੀਤਾ ਜਾਵੇ ਤੇ ਗਿਆਨ ਦੀ ਪ੍ਰਾਪਤੀ ਕੀਤੀ ਜਾਵੇ। ਇਹ ਸੁੱਖ ਦੁੱਖ 'ਚ ਸਮ ਰਹਿਣ ਦੀ 7ਵੀਂ ਜੁਗਤੀ ਹੈ ਤੇ ਅਗਲੀ ਵਾਰ 8ਵੀਂ ਜੁਗਤੀ ਦੀ ਵਿਚਾਰ ਆਪਾਂ ਰਲ ਮਿਲ ਅਗਲੀ ਵਾਰ ਕਰਾਂਗੇ। ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ, ਕਿਉਂਕਿ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।